ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਹ ਮਰਨੈ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ ਜਿਹ ਮਰਨੈ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ ਅਬ ਕੈਸੇ ਮਰੋਂ ਮਰਨ ਮਨ ਮਾਨਿਆ ਮਾਰ ਮਾਰ ਜਾਤੇ ਜਿਨ ਰਾਮ ਨਾ ਜਾਣਿਆ ਮਰਨੋ ਮਰਨ ਕਹੈ ਸਭ ਕੋਇ ਸਹਿਜ ਮਰੈ ਅਮਰ ਹੋਏ ਸੋਏ ਕਹੋ ਕਬੀਰ ਮਨ ਭਇਆ ਆਨੰਦਾ ਗਿਆ ਪਰਮ ਰਿਆ ਪਰਮਾਨੰਦਾ ਕਹੋ ਕਬੀਰ ਮਨ ਭਇਆ ਆਨੰਦਾ ਗਿਆ ਪਰਮ ਰਿਆ ਪਰਮਾਨੰਦਾ ਜੇ ਦੇਹ ਦੁਖ ਲਾਇ ਪਾਪ ਗ੍ਰਹਿ ਦੋਇਰਾ ਰਤ ਪੀਣੇ ਰਾਜੇ ਸਿਰੈ ਉਪਰ ਰੱਖੀਐ ਈਵੈ ਜਾਪੈ ਭਾਵ ਪੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਉ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਪਰਮ ਸਨਮਾਨਯੋਗ ਜੁਗੋ ਜੁਗ ਅਟਲ
ਚਵਰ ਛਤਰ ਅਤੇ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹਿਤ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਜਾਹਰ ਪੀਰ ਜਗਤ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੁਭਾਇਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹੋ, ਜੋ ਪ੍ਰਾਤः ਕਾਲ ਨੀਂਦ ਆਲਸ ਆਦਿ ਦਾ ਤਰਕ ਤਿਆਗ ਕਰਦਿਆਂ ਹੋਇਆਂ ਬਾਕਾਇਦਾ ਮੌਸਮ ਦਾ ਮੁਕਾਬਲਾ ਕਰਕੇ ਆਪ ਜੀ ਗੁਰੂ ਦਰਬਾਰ ਪਹੁੰਚ ਕੇ ਗੁਰੂ ਗਿਆਨ ਦੀ ਮੁਬਾਰਕ ਰਸਨਾ ਤੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਜੀ। ਹਜ਼ੂਰ ਮਿਹਰਾਮਤ ਕਰਨ ਆਪ ਸਾਰੀਆਂ ਸੰਗਤਾਂ ਦਾ ਨਿੱਜ ਘਰ ਤੋਂ ਗੁਰੂ ਘਰ ਵੱਲ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲੱਗੇ ਸਾਰਿਆਂ ਦੀਆਂ ਤਨ ਮਨ ਧਨ ਕਰਕੇ ਕੀਤੀਆਂ ਹੋਈਆਂ ਸੇਵਾਵਾਂ ਅਤੇ ਅਰਪਣ ਕੀਤੀਆਂ ਹੋਈਆਂ ਭੇਟਾਵਾਂ ਹਜ਼ੂਰ ਆਪਣੇ ਦਰ ਕਬੂਲ ਫਰਮਾਉਣ। ਸਭਨਾਂ ਦੀਆਂ ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਹੋਣ ਜੀ। ਨਾਚੀਜ਼ ਸੇਵਾਦਾਰ ਦੀ ਗੁਰੂ ਚਰਨਾਂ 'ਚ ਐਸੀ ਜਾਤੀ ਅਰਦਾਸ ਵੀ ਹੈ। ਤੋ ਸਾਧ ਸੰਗਤ, ਪਿਛਲੇ ਕੁਝ ਦਿਨਾਂ ਤੋਂ ਅਸੀਂ ਸਰਬੰਸਦਾਨੀ, ਅੰਮ੍ਰਿਤ ਕੇ ਦਾਤੇ, ਮਹਾਂ ਸਾਹਿਤਕਾਰ, ਸਫਲ ਜਰਨੈਲ, ਸਰਬੱਤ ਦਾ ਭਲਾ ਲੋਚਣ ਵਾਲੇ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਪੂਤ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਮਾਤਾ ਗੁਜਰੀ ਜੀ, ਭਾਈ ਜੀਵਨ ਸਿੰਘ ਜੀ, ਭਾਈ ਉਦੈ ਸਿੰਘ ਜੀ, ਹੋਰ ਬੇਅੰਤ ਪਤਵੰਤੇ ਗੁਰਸਿੱਖ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਪੰਜਾਂ ਪਿਆਰਿਆਂ ਵਿੱਚੋਂ ਇਹ ਤਿੰਨ ਮਹਾਂਪੁਰਸ਼ ਜਿਹੜੇ ਨੇ ਸਾਧ ਸੰਗਤ, ਇਹ ਵੀ ਚਮਕੌਰ ਦੇ ਯੁੱਧ ਵਿੱਚ ਸ਼ਹੀਦ ਹੋਏ। ਇਹਨਾਂ ਤਮਾਮ ਸ਼ਹੀਦਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਪਿਛਲੇ ਕਈ ਦਿਨਾਂ ਤੋਂ ਅਸੀਂ ਗੁਰੂ ਗੋਦ ਵਿੱਚ ਬੈਠ ਕੇ ਇਹਨਾਂ ਸ਼ਹੀਦਾਂ ਨੂੰ ਤੁੱਛ ਬੁੱਧੀ ਅਨੁਸਾਰ ਅਭਿਨੰਦਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੋ ਆਓ, ਕੱਲ ਅਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਇਆ ਪਰਿਵਾਰ ਵਿਛੋੜਾ ਰੋਪੜ ਜੰਡ ਸਾਹਿਬ ਹੁੰਦੇ ਹੋਏ ਹਜ਼ੂਰ ਚੌਧਰੀ ਬੁੱਧੀ ਚੰਦ ਦੀ ਕੱਚੀ ਹਵੇਲੀ ਜੋ ਚਮਕੌਰ ਵਿੱਚ ਸਥਿਤ ਸੀ, ਜਿਸ ਨੂੰ ਅਦਬ ਨਾਲ ਸਿੱਖ ਜਗਤ ਚਮਕੌਰ ਸਾਹਿਬ ਕਹਿੰਦਾ ਹੈ, ਕਿਉਂਕਿ ਮੁਸਲਮਾਨ ਲਿਖਾਰੀ ਅੱਲਾ ਯਾਰ ਖਾਂ ਜੋਗੀ ਉਹ ਕਹਿੰਦੇ ਨੇ ਏਕ ਹੀ ਤੀਰਥ ਹੈ ਹਿੰਦ में यात्रा के लिए, कटवाए जहाँ बेटे बाप ने खुदा के लिए। ਉਹ ਕਹਿੰਦਾ ਜਿੱਥੇ ਬਾਪ ਨੇ ਆਪਣੇ ਬੇਟਿਆਂ ਨੂੰ ਰੱਬ ਦੇ ਰਸਤੇ ਤੇ ਕੁਰਬਾਨ ਕੀਤਾ, ਮੇਰੀ ਦ੍ਰਿਸ਼ਟੀ ਵਿੱਚ ਸਾਰੇ ਹਿੰਦੁਸਤਾਨ ਵਿੱਚ ਸਭ ਤੋਂ ਰੂਏ ਰੋਸ਼ਨ ਔਰ ਸ਼੍ਰੋਮਣੀ ਤੀਰਥ ਜਿਹੜਾ ਹੈ ਉਹ ਸ੍ਰੀ ਚਮਕੌਰ ਸਾਹਿਬ ਹੈ। ਤੋ ਇਸ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਚੌਧਰੀ ਬੁੱਧੀ ਚੰਦ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਹਦੀ ਕੱਚੀ ਹਵੇਲੀ ਵਿੱਚ ਮਹਾਰਾਜ ਤਸ਼ਰੀਫ ਲਿਆਏ ਔਰ ਇੱਥੇ ਹੁਣ 22 ਦਸੰਬਰ ਈਸਵੀ ਸਨ 1704 ਨੂੰ ਸੰਸਾਰ ਦਾ ਇੱਕ ਅਨੋਖਾ ਯੁੱਧ ਸ਼ੁਰੂ ਹੋਣ ਵਾਲਾ ਹੈ। ਤੋ ਇਸ ਤੋਂ ਪਹਿਲਾਂ ਦਾਸ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਪ੍ਰਾਰੰਭ ਕਰੇ। ਆਓ ਗੁਰੂ ਸਵਾਰਿਓ, ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰਦੇ ਹੋਏ ਸੇਵਾਦਾਰ ਨੂੰ ਅਗਲੇਰੀ ਵਿਚਾਰ ਸ਼ੁਰੂ ਕਰਨ ਦੀ ਆਗਿਆ ਦਿਓ। ਕੋਈ ਰਸਨਾ ਵਾਂਝੀ ਨਾ ਰਵੇ ਜੀ। ਸਾਰੇ ਪਿਆਰ ਭੇਜ ਇਕੱਠੇ ਹੋ ਕੇ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਨਾਲ
ਪਾਓ ਪਿਆਰ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮੁਕੰਦ ਸਿੰਘ ਨੂੰ ਇਸ ਕੱਚੀ ਗੜੀ ਦੇ ਦਰਵਾਜ਼ੇ ਤੇ ਖੜਾ ਕਰ ਦਿੱਤਾ ਤਾਂ ਕਿ ਗੜੀ ਦੀ ਨਿਗਰਾਨੀ ਹੋ ਸਕੇ ਔਰ ਬਿਨਾਂ ਆਗਿਆ ਕੋਈ ਗੜੀ ਦੇ ਅੰਦਰ ਪ੍ਰਵੇਸ਼ ਨਾ ਕਰ ਸਕੇ। ਚੌਹਾਂ ਬਾਹੀਆਂ ਤੇ ਗੁੱਠਾਂ ਤੇ ਪਹਿਰੇਦਾਰ ਖੜੇ ਹੋ ਗਏ ਔਰ ਸਾਧ ਸੰਗਤ ਆਪਣੀਆਂ ਅੱਖਾਂ ਸਾਹਮਣੇ ਨਕਸ਼ਾ ਫਿਲਮਾਉਣ ਦੀ ਕੋਸ਼ਿਸ਼ ਕਰੋ। ਇੱਕ ਉੱਚੀ ਮਮਟੀ ਤੇ ਦਮਦਮੇ ਦੇ ਉੱਤੇ ਕਲਗੀਧਰ ਪਾਤਸ਼ਾਹ ਆਪਣੇ ਲਖਤੇ ਜਿਗਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਲੈ ਕੇ ਉਥੋਂ ਆਲੇ ਦੁਆਲੇ ਦੇ ਸਾਰੇ ਵਾਤਾਵਰਣ ਨੂੰ ਤੱਕ ਰਹੇ ਸਨ ਤਾਂ ਕਿ ਯੁੱਧ ਨੀਤੀ ਨੂੰ ਅੰਜਾਮ ਦਿੱਤਾ ਜਾ ਸਕੇ। ਹੁਣ ਪੰਜ ਸਿੰਘਾਂ ਦਾ ਜੱਥਾ ਸਾਧ ਸੰਗਤ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਿਆਰ ਕੀਤਾ। ਇਹ ਵੀ ਵਿਦਤ ਰਵੇ ਵੀ ਇਸ ਤੋਂ ਪਹਿਲਾਂ ਵਜ਼ੀਰ ਖਾਨ ਦਾ ਇੱਕ ਕਾਸਦ ਉਹ ਦਰਵਾਜ਼ੇ ਤੋਂ ਥੋੜੀ ਦੂਰ ਖੜੇ ਹੋ ਕੇ ਉਹਨੇ ਕਿਹਾ ਸੀ ਵੀ ਇੱਕ ਜ਼ਰੂਰੀ ਸੰਦੇਸ਼ ਵਜ਼ੀਰ ਖਾਨ ਸੂਬਾ ਸਰਹੰਦ ਦਾ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਮੈਂ ਪਹੁੰਚਾਉਣਾ ਚਾਹੁੰਦਾ ਵਾਂ। ਮਹਾਰਾਜ ਨੇ ਆਗਿਆ ਦੇ ਦਿੱਤੀ। ਅਡੋਲ ਉਸ ਗੜੀ ਦੇ ਵੱਡੇ ਦਰਵਾਜ਼ੇ ਦੇ ਵਿੱਚ ਇੱਕ ਹੋਰ ਛੋਟਾ ਜਿਹੜਾ ਦਰਵਾਜ਼ਾ ਲੱਗਾ ਹੋਇਆ ਸੀ ਉਸ ਦਰਵਾਜ਼ੇ ਨੂੰ ਖੋਲ ਕੇ ਇਸ ਵਿਅਕਤੀ ਨੂੰ ਅੰਦਰ ਪ੍ਰਵੇਸ਼ ਕਰਾਇਆ ਗਿਆ ਔਰ ਇਹਨੇ ਵਿਚਾਰ ਦੱਸੀ ਬਈ ਸੂਬਾ ਸਰਹੰਦ ਵਜ਼ੀਰ ਖਾਨ ਇਹ ਗੱਲ ਕਹਿੰਦਾ ਹੈ ਵੀ ਜੇ ਗੁਰੂ ਗੋਬਿੰਦ ਸਿੰਘ ਸਰੈਂਡਰ ਕਰ ਦੇਣ ਤੇ ਜੰਗਬੰਦੀ ਹੋ ਸਕਦੀ ਹੈ, ਜੇ ਸਰੈਂਡਰ ਨਾ ਕੀਤਾ ਤੇ ਖਾਮਖਾ ਸਾਰੇ ਮਾਰੇ ਜਾਓਗੇ। ਜਦੋਂ ਉਹਦੇ ਮੂੰਹੋਂ ਇਹਨੇ ਬਚਨ ਨਿਕਲੇ ਤੇ ਸਾਹਿਬਜ਼ਾਦਾ ਅਜੀਤ ਸਿੰਘ ਫੌਰਨ ਉਹਨੂੰ ਮੁਖਾਤਬ ਹੋ ਕੇ ਕਹੇ ਕਿ ਬਸ ਇਦੋਂ ਅੱਗੇ ਇੱਕ ਲਫ਼ਜ਼ ਵੀ ਹੋਰ ਤੂੰ ਬੋਲਿਆ ਤੇ ਤੇਰਾ ਸਿਰ ਮੈਂ ਧੜ ਨਾਲੋਂ ਅਲੱਗ ਕਰ ਦਿਆਂਗਾ ਔਰ ਫੌਰਨ ਗੜੀ ਤੋਂ ਬਾਹਰ ਹੋ ਜਾ। ਬਾਕੀ ਗੱਲਾਂ ਮੈਦਾਨੇ ਜੰਗ ਵਿੱਚ ਸਾਡੀ ਤਲਵਾਰ ਕਰੇਗੀ। ਇੱਥੋਂ ਸਾਹਿਬਜ਼ਾਦਿਆਂ ਦੀ ਜ਼ਰੂਰਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਾਧ ਸੰਗਤ 40 ਭੁੱਖਣ ਭਾਣੇ ਸਿੰਘ 10 ਲੱਖ ਫੌਜ ਵਿੱਚ ਘਿਰੇ ਹੋਣ ਤੇ ਉਹਨਾਂ ਨੂੰ ਅੰਜਾਮ ਦਾ ਪਤਾ ਹੈ ਵੀ ਘੜੀ 2 ਘੜੀਆਂ 3 ਘੜੀਆਂ ਬਾਅਦ ਅਸਾਂ ਨੇ ਸ਼ਹਾਦਤ ਦਾ ਜਾਮ ਪੀਣਾ ਹੀ ਪੀਣਾ ਹੈ। ਬਾਵਜੂਦ ਇਹਦੇ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਕੋਈ ਦਹਿਸ਼ਤ ਕੋਈ ਡਰ ਕੋਈ ਖੌਫ ਨਜ਼ਰ ਨਹੀਂ ਸੀ ਆਉਂਦਾ। ਮੈਂ ਕਈ ਵਾਰ ਅਰਜ਼ ਕਰਨਾ ਹੁੰਨਾ ਇਹਦਾ ਕਾਰਨ ਹੈ ਛੋਟੇ ਛੋਟੇ ਬੱਚੇ। ਸਤ ਸੰਗਤ ਇਤਿਹਾਸਕਾਰਾਂ ਨੇ ਛੋਟੇ ਬੱਚਿਆਂ ਦੀ ਉਮਰ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ 5 ਸਾਲ ਤੇ ਕੁਝ ਮਹੀਨੇ, ਉਦੋਂ ਵੱਡੇ ਜਿਹੜੇ ਨੇ ਉਹ 7 ਕੁ ਸਾਲ ਤੇ ਕੁਝ ਮਹੀਨੇ। ਬਾਬਾ ਅਜੀਤ ਸਿੰਘ ਦੀ ਉਮਰ 19 ਵਰੇ ਤੇ ਬਾਬਾ ਜੁਝਾਰ ਸਿੰਘ ਦੀ ਉਮਰ 14 ਵਰੇ ਤੇ ਕੁਝ ਮਹੀਨੇ ਹੈ। ਅੰਦਾਜ਼ਾ ਲਗਾਓ ਵੀ ਅਸੀਂ ਸਾਰੀਆਂ ਉਮਰਾਂ ਖਾ ਗਏ ਹਾਂ, ਕਬਰ 'ਚ ਲੱਤਾਂ ਲਮਕਾ ਕੇ ਬੈਠੇ ਹਾਂ ਔਰ ਮੌਤ ਤੋਂ ਅਜੇ ਵੀ ਡਰ ਆਉਂਦਾ ਹੈ। ਛੋਟੇ ਛੋਟੇ ਬੱਚੇ ਉਹ ਮੌਤ ਦੀ ਦਹਿਸ਼ਤ ਵਿੱਚ ਨਹੀਂ, ਸਾਹਿਬਜ਼ਾਦੇ ਮੌਤ ਦੇ ਤਰਾਸ ਵਿੱਚ ਨਹੀਂ। 10 ਲੱਖ ਦਾ ਮੁਲਖਈਆ ਹੈ, ਰਤਾ ਕੂ ਕਾਸ਼ਤ ਉੱਚਾ ਬੋਲਿਆ ਹੈ, ਡਾਕੀਆ ਉੱਚਾ ਬੋਲਿਆ ਹੈ ਤੇ ਸਾਹਿਬ ਅਜੀਤ ਸਿੰਘ ਬੁਲੰਦ ਆਵਾਜ਼ ਵਿੱਚ ਕਹਿਣ ਲੱਗੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਦੀ ਸ਼ਾਨ ਵਿੱਚ ਇੱਕ ਲਫ਼ਜ਼ ਵੀ ਹੋਰ ਕਿਹਾ ਤੇ ਮੈਂ ਤੇਰਾ ਸਿਰ ਧੜ ਨਾਲੋਂ ਅਲੱਗ ਕਰ ਦਿਆਂਗਾ। ਅੱਜ ਸਾਡੇ ਸਾਹਮਣੇ ਕੋਈ ਕੁਝ ਕਹੀ ਜਾਏ, ਕੋਈ ਕੁਝ ਲਿਖੀ ਜਾਏ। ਪੁਰਾਣੇ ਸਿੰਘ ਕਹਿੰਦੇ ਹੁੰਦੇ ਸਨ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟਣ ਕੀਜੈ ਸੰਗ ਕਿਰਪਾਨ। ਕੋਈ ਗੁਰੂ ਦੀ ਨਿੰਦਾ ਕਰੇ ਉਹਨੂੰ ਕਹੇ ਖਬਰਦਾਰ, ਜੇ ਨਹੀਂ ਕਹਿਣ ਜੋਗੇ ਤੇ ਉਥੋਂ ਰੁਖਸਤ ਹੋ ਜਾਓ ਤੇ ਜੇ ਫਿਰ ਵੀ ਅਗਲਾ ਨਾ ਖਲੋਵੇ ਤੇ ਫਿਰ ਉਹਦਾ ਸਿਰ ਧੜ ਨਾਲੋਂ ਅਲੱਗ ਕਰ ਦਿਓ। ਮੈਂ ਇਹਨੂੰ ਫੇਸ ਕਰਾਂਗਾ ਜੋ ਵੀ ਇਹਦੇ ਇਵਜ਼ ਵਿੱਚ ਕਾਨੂੰਨ ਮੇਰੇ ਨਾਲ ਕਰੇਗਾ, ਪਰ ਮੈਂ ਆਪਣੇ ਗੁਰੂ ਦੀ ਨਿੰਦਾ ਆਪਣੇ ਕੰਨਾਂ ਨਾਲ ਸੁਣ ਨਹੀਂ ਸਕਦਾ। ਇਹ ਸਾਡੇ ਵਾਸਤੇ ਪੂਰਨੇ ਪਾਏ ਸਾਹਿਬ ਅਜੀਤ ਸਿੰਘ ਨੇ। ਅੱਜ
ਅਸੀਂ ਮਾਈਨੋਰਟੀ ਵਿੱਚ ਹਾਂ, ਫਲਸਰੂਪ ਜਿਹਦਾ ਜੋ ਦਿਲ ਕਰਦਾ ਹੈ ਉੱਠ ਕੇ ਉਹ ਗੁਰੂ ਸਾਹਿਬਾਨ ਬਾਰੇ ਲਿਖਣਾ ਸ਼ੁਰੂ ਕਰ ਦਿੰਦਾ ਹੈ। ਪੰਥ ਵਿਰੋਧੀ ਤਾਕਤਾਂ ਵੀ ਕਈ ਇਸ ਤਰ੍ਹਾਂ ਦੀਆਂ ਊਜਾਂ ਲਗਾਉਂਦੇ ਜਿਹੜੇ ਇੱਥੇ ਸਟੇਜ ਤੋਂ ਕਰਨੀਆਂ ਵੀ ਮੁਮਕਿਨ ਨਹੀਂ। ਖੈਰ, ਤਾਂ ਗੁਰੂ ਸਵਾਰੀ ਸਾਧ ਸੰਗਤ ਫਰਕ ਕੀ ਹੈ? ਇੱਕ ਪਾਸੇ ਛੋਟੇ ਛੋਟੇ ਸਾਹਿਬਜ਼ਾਦੇ ਮੌਤ ਨੂੰ ਮਖੌਲ ਕਰਦੇ ਨੇ, ਇੱਕ ਪਾਸੇ ਅਸੀਂ ਤਾਉਮਰ ਮੌਤ ਦੀ ਦਹਿਸ਼ਤ ਵਿੱਚ ਜ਼ਿੰਦਗੀ ਬਸ਼ਰ ਕਰਨੇ ਆ। ਜੇ ਬਾਣੀ ਤੋਂ ਪੁੱਛੀਏ, ਮੈਂ ਇਤਿਹਾਸਕ ਤੱਥ ਵੀ ਤੁਹਾਡੇ ਸਾਹਮਣੇ ਰੱਖਾਂਗਾ, ਤੇ ਮਹਾਰਾਜ ਕਹਿੰਦੇ ਨੇ ਜਦੋਂ ਤੱਕ ਕਿਸੇ ਨੇ ਮੌਤ ਦੇ ਫਲਸਫੇ ਨੂੰ ਸਮਝਿਆ ਨਹੀਂ, ਮੌਤ ਦਾ ਫਲਸਫਾ ਭਾਵ ਮੌਤ ਕੀ ਹੈ, ਮੌਤ ਦੀ ਪਰਿਭਾਸ਼ਾ ਕੀ ਹੈ, ਮੌਤ ਦੀ ਡੈਫੀਨੇਸ਼ਨ ਕੀ ਹੈ, ਮੌਤ ਕਿਹਨੂੰ ਕਹਿੰਦੇ। ਮੌਤ ਸ਼ਬਦ ਅਸੀਂ ਰੋਜ਼ ਵਰਤਨੇ ਆ, ਅਸੀਂ ਉਹਨੂੰ ਅਕਾਲ ਚਲਾਣਾ ਕਹਿ ਲਈਏ, ਅਸੀਂ ਉਹਨੂੰ ਮੌਤ ਕਹਿ ਲਈਏ, ਅਸੀਂ ਉਹਨੂੰ ਡੈਥ ਕਹਿ ਲਈਏ, ਅਸੀਂ ਵੱਖ-ਵੱਖ ਬੋਲੀਆਂ 'ਚ ਉਹਦੇ ਭਾਵੇਂ ਹੋਰ ਕਿਤਨੇ ਨਾਂ ਰੱਖੇ ਹੋਣ। ਆਖਰ ਅਸੀਂ ਕਦੀ ਪੜਚੋਲ ਕੀਤੀ ਹੋਵੇ ਵੀ ਇਹ ਮੌਤ ਹੈ ਕੀ? ਤੋ ਮੌਤ ਨੂੰ ਸਮਝਣ ਲਈ ਪਹਿਲਾਂ ਜ਼ਿੰਦਗੀ ਨੂੰ ਸਮਝਣਾ ਪਏਗਾ। ਜਨਮ ਔਰ ਮੌਤ ਦੇ ਵਿਚਕਾਰ ਜੋ ਵਕਫਾ ਹੈ ਉਸ ਨੂੰ ਅਸੀਂ ਜ਼ਿੰਦਗੀ ਕਹਿੰਦੇ ਹਾਂ। ਔਰ ਜ਼ਿੰਦਗੀ ਸ਼ੁਰੂ ਹੁੰਦੀ ਏ ਪੰਜ ਭੂਤਕ, ਇਹ ਜਿਹੜਾ ਸਰੀਰ ਹੈ, ਇਹ ਜਿਹੜੀ ਸਾਨੂੰ ਬਾਡੀ ਮਿਲਦੀ ਏ, ਪੰਜ ਭੂਤਕ ਸਰੀਰ, ਔਰ ਇਹਦੇ ਵਿੱਚ ਰੂਹ ਦਾ, ਨੂਰ ਦਾ, ਆਤਮਾ ਦਾ ਪ੍ਰਵੇਸ਼ ਹੋ ਜਾਣਾ। ਕਈ ਵਾਰ ਵਾਹਿਗੁਰੂ ਸੁੱਖ ਗੁਜ਼ਾਰੇ, ਕਈ ਵਾਰ ਇਸ ਤਰ੍ਹਾਂ ਹੁੰਦਾ ਕੁਝ ਬੱਚੇ ਜਨਮ ਲੈਂਦੇ ਨੇ ਔਰ ਚਰਚਾ ਹੁੰਦੀ ਹੈ ਵੀ ਇੱਕ ਮਰੇ ਹੋਏ ਬੱਚੇ ਨੇ ਜਨਮ ਲਿਆ। ਮਤਲਬ ਸਰੀਰ ਤੇ ਸੀ ਪਰ ਉਹਦੇ ਵਿੱਚ ਨੂਰ ਨਹੀਂ ਸੀ, ਉਹਦੇ ਵਿੱਚ ਰੂਹ ਨਹੀਂ ਸੀ, ਉਹਦੇ ਵਿੱਚ ਆਤਮਾ ਨਹੀਂ ਸੀ। ਹੁਣ ਜ਼ਿੰਦਗੀ ਕੀ ਹੈ? ਪੰਜ ਭੂਤਕ ਸਰੀਰ ਤੇ ਆਤਮਾ ਦਾ ਸਹਿਯੋਗ, ਕਨਵੈਂਸ ਵੀ ਹੈ, ਵਹੀਕਲ ਵੀ ਹੈ, ਉਹਦੇ ਵਿੱਚ ਡਰਾਈਵਰ ਵੀ ਬੈਠਾ ਹੈ, ਇਹ ਜ਼ਿੰਦਗੀ। ਔਰ ਮੌਤ ਕੀ ਹੈ? ਪੰਜ ਭੂਤਕ ਸਰੀਰ ਔਰ ਆਤਮਾ ਦਾ ਵਿਯੋਗ। ਜਦੋਂ ਆਤਮਾ ਪੰਜ ਭੂਤਕ ਸਰੀਰ ਨੂੰ ਛੱਡ ਜਾਏ ਔਰ ਇੱਕ ਪਾਸੇ ਹੋ ਜਾਏ, ਉਹਦੇ ਵਿੱਚੋਂ ਨਿਕਲ ਜਾਏ ਔਰ ਵਹੀਕਲ ਧੜਮ ਕਰਕੇ ਜ਼ਮੀਨ ਤੇ ਡਿੱਗ ਪਏ, ਅਸੀਂ ਕਹਿੰਦੇ ਇਹਦੀ ਡੈਥ ਹੋ ਗਈ ਹੈ, ਇਹ ਅਕਾਲ ਚਲਾਣਾ ਕਰ ਗਿਆ, ਇਹ ਮਰ ਗਿਆ। ਹੁਣ ਜਿਨ੍ਹਾਂ ਨੂੰ ਇਹ ਫਲਸਫਾ ਸਮਝ ਆਇਆ ਉਹਨਾਂ ਨੂੰ ਫਿਰ ਮੌਤ ਦਾ ਖੌਫ ਨਹੀਂ ਰਹਿੰਦਾ। ਕਿਹੜਾ ਫਲਸਫਾ? ਫਲਸਫਾ ਇਹ ਕਿ ਇਹ ਇੱਕ ਘਟਨਾਕ੍ਰਮ ਹੋਇਆ ਹੈ, ਮਰਿਆ ਕੋਈ ਨਹੀਂ, ਨਾ ਤੇ ਸਰੀਰ ਮਰਿਆ ਹੈ ਨਾ ਆਤਮਾ ਮਰੀ ਹੈ। ਆਤਮਾ ਬਾਰੇ ਤੇ ਅਸੀਂ ਪਹਿਲਾਂ ਹੀ ਕਹਿੰਦੇ ਆ ਵੀ ਆਤਮਾ ਅਮਾਰੇ। ਅਕਸਰ ਗੁਰੂ ਸਾਹਿਬਾਨ ਦੇ ਜੋਤੀ ਜੋਤ ਸਮਾਉਣ ਦੇ ਪੁਰਬਾਂ ਦੇ ਉੱਤੇ ਰਾਗੀ ਸਿੰਘ ਕੀਰਤਨ ਗਾਉਂਦੇ ਨੇ ਔਰ ਉਹਦੇ ਮਾਧਿਅਮ ਨਾਲ ਗੁਰਬਾਣੀ ਦਾ ਮੈਸੇਜ ਦਿੰਦੇ ਨੇ, ਜਿਹਦੇ ਵਿੱਚ ਆਪ ਜੀ ਕਹਿੰਦੇ ਨੇ ਵੀ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਮਿਲੀ ਸੰਪੂਰਨ ਥੀਆ ਰਾਮ। ਫਿਰ ਹਜ਼ੂਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੋਂ ਤੱਕ ਕਹਿੰਦੇ ਨੇ, ਆਪ ਜੀ ਵਿਚਰ ਰਹੇ ਨੇ, ਨਾਲ 5 7 10 ਸਿੱਖ ਨੇ, ਤੇ ਗੁਰੂ ਸਵਾਰੀ ਸਾਧ ਸੰਗਤ ਅਚਾਨਕ ਕੰਨਾਂ ਵਿੱਚ ਰੋਣ ਦੀ ਆਵਾਜ਼ ਪੈਂਦੀ ਏ ਤੇ ਹਜ਼ੂਰ ਗੱਲ ਸਮਝਾਉਣ ਲਈ ਇੱਕ ਕੌਤਕ ਰਚਦੇ ਨੇ ਤੇ ਕਹਿੰਦੇ ਨੇ ਪਤਾ ਕਰੋ ਕੀ ਮਾਜਰਾ ਹੈ। ਤੇ ਸਿੱਖ ਪਤਾ ਕਰਕੇ ਆ ਕੇ ਦੱਸਦੇ ਨੇ, ਨਾਂ ਲੈ ਕੇ, ਮਹਾਰਾਜ ਫਲਾਣਾ ਮਰ ਗਿਆ। ਉੱਥੇ ਹਜ਼ੂਰ ਕਹਿੰਦੇ ਨੇ ਵੀ ਨਹੀਂ, ਕੌਣ ਮਰਿਆ? ਕੋਈ ਵੀ ਤੇ ਨਹੀਂ ਮਰਿਆ। ਆਪ ਜੀ ਦੇ ਬੋਲ ਨੇ, ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ। ਹੁਣ ਇਹਨੂੰ ਮੈਂ ਥੋੜਾ ਜਿਹਾ ਐਕਸਪਲੇਨ ਕਰ ਦਿਆਂ ਤਾਂ ਕਿ ਤਸੱਲੀ ਹੋਵੇ। ਮਰਦਾ ਕੋਈ ਨਹੀਂ, ਸਰੀਰ ਚੋਂ ਆਤਮਾ ਵੱਖਰੀ ਹੋ ਗਈ ਔਰ ਸਰੀਰ ਜਿਹੜਾ 4 ਤੱਤਾਂ ਦਾ ਜਾਂ 5 ਤੱਤਾਂ ਦਾ ਬਣਿਆ ਹੈ, ਉਹ ਤੱਤਾਂ ਵਿੱਚ ਤੱਤ ਚਲੇ ਗਏ। ਜਦੋਂ ਅਸੀਂ ਕਿਸੇ ਡੈੱਡ ਬੋਡੀ ਨੂੰ, ਮ੍ਰਿਤਕ ਸਰੀਰ ਨੂੰ ਅਗਨ ਭੇਟ ਕਰਨੇ ਆ ਤੇ ਉਸ ਵੇਲੇ ਸਰੀਰ ਵਿੱਚ ਜਿਹੜੇ ਤੱਤ ਨੇ ਉਹ ਆਪਣੇ ਆਪਣੇ ਅਸਲੇ ਵਿੱਚ ਵਾਪਸ ਚਲੇ ਜਾਂਦੇ ਨੇ। ਸਾਨੂੰ ਲੱਕੜਾਂ ਨਾਲ ਦਾਹ ਕਰਨ ਲੱਗਿਆ ਨਹੀਂ ਪਤਾ ਲੱਗਦਾ, ਇਲੈਕਟ੍ਰੋਨਿਕ ਭੱਠੀ ਨਾਲ ਜਦੋਂ ਅਸੀਂ ਦਾਹ ਕਰਨੇ ਆ ਤੇ ਬਿਲਕੁਲ ਸਪਸ਼ਟ ਹੋ ਜਾਂਦਾ ਹੈ। ਕੁਆਂਟਲ ਦਾ ਵਿਅਕਤੀ ਹੈ, ਇਲੈਕਟ੍ਰੋਨਿਕ ਭੱਠੀ ਵਿੱਚ ਲਟਾ ਕੇ ਉਹਨੂੰ ਧੱਕਾ ਦਿੱਤਾ, ਸਵਿਚ ਦੱਬਿਆ ਔਰ ਫਿਊਨਲ ਹਾਊਸ ਦਾ ਜਿਹੜਾ ਵਰਕਰ ਹੈ ਉਹਨੇ ਹੱਥ ਨਾਲ ਇਸ਼ਾਰਾ ਕੀਤਾ ਵੀ ਅੱਗੇ ਆ ਜਾਓ। ਅੱਗੇ ਆਏ, ਉਹਨੇ ਪੋਲੀਥੀਨ ਦਾ ਇੱਕ ਲਿਫਾਫਾ ਹੱਥ ਤੇ ਰੱਖ ਦਿੱਤਾ। ਇਹ ਕੀ ਹੈ? ਉਹ ਕਹਿਣ ਲੱਗਾ ਜੀ ਇਹੋ ਕੁਛ ਹੈ। ਹੱਦ ਹੋ ਗਈ ਹੈ। ਕੁਆਂਟਲ ਦਾ ਇਨਸਾਨ ਸੀ,
और तू हथ की तली के उत्ते पॉलीथीन की लिफाफी रख दी है। वो कहता जे क्वांटल का इंसान सी ते ओहदे विच मिनीमम 65 लीटर मैक्सीमम 75 लीटर पानी। डॉक्टर सज्जन बाखूबी इस गल नूं जानते ने जां जिहड़े साइंस के स्टूडेंट ने भी मेरे विच तुहाडे विच साडे सारियां च 65 मिनीमम 75 मैक्सीमम साडे सिर्फ पानी। स्विच दबिया, वाष्पीकरण होया, सेक लगा और जिहड़ा पानी सी बॉडी च वो वाष्पीकरण होकर ब्रह्मंड में चला गया। वो खत्म नहीं होया। जिवें असीं पतीले च पानी पा के रख के भुल जाइए तो घंटे बाद जाइए स्टोव कोल ते असीं पावांगे पतीला खाली है, असीं कहांगे पानी मुक गया है, पर साइंसदान कहेंगे मुक्या नहीं, पानी वाष्पीकरण होकर उड़ गया है, खत्म नहीं होया, पानी का वाष्पीकरण हो गया है। वो ब्रह्मंड में मौजूद है। किसी वेले वो मॉनसूना का हानी बन के फिर पृथ्वी ते साध संगत वो बारिश के रूप में इत्थे प्रगट होवेगा। जिस तरह वो पानी खत्म नहीं हुंदा, वाष्पीकरण हो जाता है, इस तरह ये शरीर आत्मा साडियां अखां तो ओझल हो जाती है, खत्म नहीं हुंदी। स्विच दबिया, शरीर में 65 लीटर 75 लीटर जिहड़ा पानी सी वाष्पीकरण हो गया। अग विच अग चली गई, हवा विच हवा चली गई, पानी विच पानी चला गया, क्योंकि आकाश ते तां जोड़िया है भी 4 तत्तां दा शरीर आकाश विच विचरदा है। हिंदूइज़म ते सिखइज़म 5 तत्त मनदा है, यहूदी क्रिश्चन ते इस्लाम वो सिर्फ 4 तत्त मनदे ने, क्योंकि बॉडी है ही 4 तत्तां दी। गुरमत ने 5 तत्त तां कहे बई अकल तो सखणे हो, 4 तत्तां दा शरीर जे 5वां तत्त स्पेस ना होवे ते विचरेगा काहदे च, इसलिए 5वें नूं नाल जोड़ो, 5वें नूं नाल जोड़ो। जे स्पेस नहीं तो यह पुतला कित्थे विचरेगा, ये 5वें तत्त नूं वखरा नहीं किया जा सकता। इसलिए सिखइज़म ने 5 तत्त का रचन रचाना, 5 तत्तां दा जिक्र किया। हुण मैं अर्ज कर रहा सां, जिस वक्त इलैक्ट्रोनिक भट्ठी विच डैड बॉडी नूं पा के स्विच दबिया, पानी च पानी, हवा च हवा, अग च अग, वायु च वायु, आकाश च आकाश चला गया और साध संगत रह गई हाथ विच मिट्टी। वो कहन लगे तुसी इहनूं जल प्रवाह करोगे, थोड़ी देर पानी दे उत्ते मट्टी तरदी हुई नज़र आवेगी, एक स्टेज ते जाके मट्टी भी मट्टी ते बैठ जाएगी। सारे तत्त तत्तां विच चले जाते हैं। ये साइंस ने सिद्ध कर दिता है। सारे तत्त खत्म नहीं हुंदे। आत्मा ने तो मरना की है, ईवन तत्त भी नहीं मरदे, तत्त भी मौजूद रहिंदे। किसी वेले फिर फ्यूचर विच उन्हां तत्तां दी फिर घोड़ी बन सकती है ते परमात्मा फिर उस घोड़ी दे उत्ते किसी आत्मा रूपी रथ नूं बिठा के संसार की यात्रा ते तोर सकते हैं। जिन्हां नूं समझ आई उन्होंने कहा ना तत्त मरे ने, ना आत्मा मरी है, ना वहीकल मुक्का है। वहीकल दे कब्जे खोल के मकैनिकां ने वखरा वखरा करके रख दिता है, जदों दिल करेगा इनू फिर जोड़ के खड़ा कर देंगे और ड्राइवर नूं आवाज मारनगे भी कन्वेंस तैयार है, ए पकड़ चाबी ते जा। कुछ खत्म नहीं हुंदा, सिर्फ गल समझण दी। साहिबजादियां नूं गोडे दे कोल बिठा के कलगीधर पातशाह ने इस तरह के फलसफे कई बार समझाए सन। इस वास्ते उन्हां दी मौत का खौफ, दहशत, त्रास खत्म हो गया सी। एवें नहीं कहिंदे भी कौन मुआ रे कौन मुआ, ब्रह्म ज्ञानी मिल करो विचारा, ये तो चलत भया। भगत कबीर साहब महाराज कहते ने जे मरने सब जगत त्रासिया, जिस मौत तो सारी दुनिया डरदी है, सो मरना गुर शब्द प्रकाशिया। गुरबाणी की रोशनी विच मैनू उस मौत का फलसफा समझ विच आ गया है। एक व्यक्ति की किडनी डैमेज हो जाती है, वह विज्ञापन देता है, दूजा उन्होंने डोनेट करता है, दूआं नूं साध संगत अपॉइंटमेंट मिल जाती है, चीर फाड़ करके एक दा पार्ट कट के दूजे शरीर में फिट कर दिता जाता है और बाकायदा वो वर्क करता है। बंदे अकाल पुरख का बनाया होया इंसान मनुख दे एक पुरजे नूं कढ़ के दूजे शरीर में फिट करके उहदे तो काम लै सकदा है। ओ यारो हनेर साईं दा अकाल पुरख एक शरीर चों आत्मा कढ़ के दूजे शरीर च नहीं पा सकदा। उहनूं असीं ऑपरेशन कहने आ, इहनूं वध तो वध तुसीं मेजर ऑपरेशन कह लो। ये फलसफा सिखां दी समझ विच आ गया सी, ये फलसफा साहिबजादियां दी समझ विच आ गया सी। इस वास्ते वो मौत का त्रास नहीं सन मनदे, उन्हां नूं काहली सी भी किसी तरीके इस पिंजरे विचों इस पंछी नूं सगों रिहाई जिहड़ी है वो प्राप्त होवे।
ये कारण सी कि ये कोई काल्पनिक कपोल कथा नहीं भी एक मुठ छोलियां दी खा के तेरे लंगर चों घूर घूर मौत नूं डरावे तेरा खालसा, क्योंकि गुरु साहबान ने उन्हां दा बिल्कुल ब्रेन वाश कर दिता सी, उन्हां नूं समझा दिता सी भी जिस मौत तो दुनिया डरदी है सिंघो इहदी असलीयत सिर्फ इतनी कु है। जिन्हां नूं समझ आ गई उन्हां ने अगे वध चढ़ के शहादतां दे जाम पीते। उन्हां विचों ही ये शहीद सन जिन्हां ने चमकौर दी गढ़ी विच शहादतां दे जाम पीते। भाई मुकंद सिंह दरवाजे ते खड़े ने, 4 बाइयां ते 4 सिख तैनात ने, 3 मुसलमान सज्जन हयात खान वगैरह का जिहड़ा जिक्र है जिन्हां ने पौड़ी लगा के गढ़ी दे अंदर प्रवेश करने का यतन किया। एक नूं हजूर ने एक तीर रसीद किया, एक दे सिर विच गुरज मार के उहदी मिज कढ़ दित्ती ते तीजा जिहड़ा लुक के दौड़ गया उहनूं महाराज अपनी रचना विच कायर लिखदे ने, कहिंदे ने वो गीधी मौत तो डरदा कंध दे नाल ना लग के ते दौड़ गया, दो नूं मैं जमपुरी पहुंचा दिता। हुण गुरु सवारी साध संगत संसार दा अनोखा जंग 22 दिसंबर अज वाला दिन ईसवी सन 1704, ये संसार दा अनोखा जंग तां भी पूरे विश्व के इतिहास विच तुहानू मुकाबलतन इतनी फौज का फर्क जिहड़ा है वो किसी जंग विच नहीं मिलेगा। एक पासे 10 लाख और उन्होंने पूरी कुमक पहुँच रही है, ये भी गल नोट करने वाली है। उन्होंने कोल खजूरां पहुँच रही ने, उन्होंने कोल मैनू खिमा कर देना जिहड़ी सच्चाई है वड्डियां वड्डियां केना भर के शराब दियां पहुँच रही ने, उन्होंने कोल पूरे इज्जड़ बकरियां दे ते भेडां दे पहुँच रहे हैं भी इन्हां नूं झटका झटका के बनाओ ते खाओ। दूजे पासे वो सिंह ने जिन्हां नूं पिछले 6 महीनों तो ढंग नाल प्रशादा भी नसीब नहीं होया, ढंग दे कपड़े भी साध संगत उन्हां दे तन ते नहीं, उन्हां कोल ढंग दे अस्तर ते शस्त्र भी नहीं, उन्हां दे घोड़ियां दा भी की हाल होवेगा जिहड़े 6 महीने दे घेरे विचों निकल के बाहर आए ने, उन्हां दे भी पिंजर जिहड़े ने वो बाहरों साफ नज़र आउंदे सन। ये मुकाबला इस वास्ते असावां सी, ये थोड़ा जिहा गैर कुदरती सी, इस वास्ते विद्वानां ने इस जंग नूं अनोखा युद्ध लिखिया, अनोखा युद्ध संसार दा। गुरु सवारी साध संगत 5 ਸਿੰਘਾਂ ਦਾ जत्था कलगीधर पातशाह ने तैयार किया और इस तो पहला प्रिंसीपल सतबीर सिंह कहते ने भी वजीर खान ने अपने सारे जरनैलों जिहदे विच 8 परखे हुए जरनैल सन, सधारण जरनैल नहीं, वजीर खान पूरी तैयारी नाल आया सी सूबा सरहंद। 8 जरनैलों का जिक्र इतिहासकारां ने किया जिहड़े परखे हुए जरनैल सन, सबूता सबूता बकरा जिहड़ा दिहाड़ी विच खा जाते सन, ना सिर्फ बल्कि पचा जाते सन। कहने लगा भी इक्को वार हमला करना, इक्को वार, क्योंकि औरंगजेब का हुक्म सी जिंदा पकड़े जान ते क्या बात है, वरना सिर कट के मेरे पेश करो। वजीर खान कहन लगा भी एक इन्ना तगड़ा हल्ला करो भी घड़ी मुड़ी या ली दा काम निबड़े, इक्को हल्ले विच असी गुरु गोबिंद सिंह नूं बाकायदा जिंदा गिरफ्तार कर लईए। हुण गुरु गोबिंद सिंह महाराज सब कुछ ऊपर ममटी ते खड़े होके भांप रहे सन और इस गल दा सारिआं नूं पता सी कि असी कुछ देर मुकाबला करांगे पर एडी तगड़ी फौज के सामने बहुत लंबा समा असी नहीं टिक सकांगे। इस वास्ते ਸਿੰਘਾਂ ने इकट्ठियां होके कलगीधर पातशाह नूं एक बेनती की भी महाराज मेरी गल नूं चंगी तरह ध्यान नाल सुने, बेनती की बेनती भी महाराज बेसमय तुहाडी जिहड़ी शहादत है उहदा कौम नूं कोई बहुता लाभ नहीं होवेगा, इत्थे शहीद हो जाना कूटनीति कहती है भी ठीक नहीं। इस वास्ते साडी बेनती है कि तुसी इत्थों चले जाओ, क्योंकि असी सारी कौम इकट्ठे होके एक गुरु गोबिंद सिंह नहीं तैयार कर सकते, पर जे तुसी इत्थों महफूज नहीं